हाँ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ। ਹਾਂਜੀ, ਆਪਾਂ ਬਾਣੀ ਦੀ ਲੜੀਵਾਰ ਜਿਹੜੀ ਵਿਚਾਰ ਕਰਦੇ ਆ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ। ਹਾਂਜੀ, ਅੱਗੇ ਆਪਾਂ ਲੜੀ ਨੂੰ ਵਧਾਈਏ। ਅੱਜ ਆਪਾਂ ਜਪਜੀ ਸਾਹਿਬ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 4 ਤੋਂ ਸ਼ੁਰੂ ਹੋ ਕੇ 5 ਤੱਕ ਜਾਂਦੀਆਂ ਨੇ, 21ਵੀਂ ਪੌੜੀ ਤੋਂ ਲੈ ਕੇ 25ਵੀਂ ਪੌੜੀ ਤੱਕ ਆਪਾਂ ਅੱਜ ਵਿਚਾਰ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ। ਕਈ ਦਫਾ ਮਨ ਦੇ ਵਿੱਚ ਆਉਂਦਾ ਕਿ ਵੀ ਜੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਇਹ ਬਾਣੀ ਨਾ ਦਿੰਦੇ, ਮੂਲ ਮੰਤਰ ਨਾ ਦਿੰਦੇ, ਤਾਂ ਸਾਨੂੰ ਪਰਮਾਤਮਾ ਬਾਰੇ ਪਤਾ ਹੀ ਨਹੀਂ ਸੀ ਲੱਗਣਾ ਕਿ ਪਰਮਾਤਮਾ ਦੇ ਇਹ ਗੁਣ ਨੇ। ਮਤਲਬ ਇਹ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ, ਮਤਲਬ ਜਿੰਨੇ ਕੁ ਵੀ ਪਰਮਾਤਮਾ ਦੇ ਗੁਣ ਉਹਦੇ ਵਿੱਚ ਸਾਨੂੰ ਪਤਾ ਲੱਗਦੇ ਨੇ, ਸਾਨੂੰ ਉਹਨਾਂ ਦਾ ਪਤਾ ਹੀ ਨਹੀਂ ਸੀ ਹੋਣਾ ਵੀ ਪਰਮਾਤਮਾ ਇੱਦਾਂ ਨੇ, ਪਰਮਾਤਮਾ ਇੰਨੇ ਮਤਲਬ ਸਾਨੂੰ ਪ੍ਰੇਮ ਕਰਨ ਵਾਲੇ ਨੇ, ਪਰਮਾਤਮਾ ਸਾਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ ਵੀ ਕੁਦਰਤ ਅਤੇ ਪਰਮਾਤਮਾ ਸਾਨੂੰ ਕੁਛ ਵੀ ਨਹੀਂ ਸੀ ਪਤਾ ਲੱਗਣਾ। ਗੁਰੂ ਨਾਨਕ ਪਾਤਸ਼ਾਹ ਨੇ ਕਿੰਨੀ ਸਾਡੇ 'ਤੇ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਪਰਮਾਤਮਾ ਬਾਰੇ ਦੱਸਿਆ। ਬਹੁਤ ਵੱਡੀ ਦੇਣ ਆ। ਵਾਹਿਗੁਰੂ ਜੀ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਜੇ ਕੋਈ ਤੀਰਥਾਂ 'ਤੇ ਇਸ਼ਨਾਨ ਕਰਦਾ, ਤਪ ਕਰਦਾ, ਦਿਆ ਕਰਦਾ, ਦਾਨ ਦਿੰਦਾ, ਕਹਿੰਦੇ ਇਹਦਾ ਕਿੰਨਾ ਕੁ ਫਲ ਆ। ਜੇ ਕੋ ਪਾਵੈ ਤਿਲ ਕਾ ਮਾਨ, ਬਸ ਇੰਨਾ ਤਿਲ ਜਿੰਨਾ ਕੁ ਮਾਨ ਆ, ਵੀ ਇਹਦਾ ਕੋਈ ਜ਼ਿਆਦਾ ਫਲ ਨਹੀਂ ਹੈਗਾ। ਜ਼ਿਆਦਾ ਫਲ ਕਿਸ ਚੀਜ਼ ਦਾ? ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਕਹਿੰਦੇ ਜ਼ਿਆਦਾ ਮਤਲਬ ਫਲ ਕਿਸ ਚੀਜ਼ ਦਾ? ਜੇ ਆਪਾਂ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਜੇ ਪਰਮਾਤਮਾ ਦਾ ਨਾਂ ਸੁਣਿਆ, ਮੰਨਿਆ ਅਤੇ ਉਹਨੂੰ ਮੰਨ ਕੇ ਆਪਣੇ ਹਿਰਦੇ ਵਿੱਚ ਟਿਕਾਇਆ, ਅਤੇ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋ ਗਿਆ? ਅੰਦਰ ਸਾਡਾ ਅਕਾਲ ਪੁਰਖ ਦੇ ਨਾਲ ਮੇਲ ਹੋ ਗਿਆ ਅਤੇ ਉਸਨੇ ਸਾਡਾ ਮਨ ਮੈਲ ਤੋਂ ਸ਼ੁੱਧ ਕਰ ਦਿੱਤਾ। ਅਸੀਂ ਆਪਣੇ ਅੰਤਰਗਤ ਤੀਰਥ 'ਤੇ ਇਸ਼ਨਾਨ ਕਰ ਲਿਆ ਅਤੇ ਉੱਥੇ ਸਾਡੀ ਮੈਲ ਮਨ ਦੀ ਲੈ ਗਈ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਹਿੰਦੇ ਜਿਹੜੀ ਪਰਮਾਤਮਾ ਦੀ ਭਗਤੀ ਆ, ਉਹ ਪਰਮਾਤਮਾ ਦੇ ਪਹਿਲਾਂ ਸਾਡੇ ਅੰਦਰ ਗੁਣ ਵਸਦੇ ਨੇ, ਫਿਰ ਮਤਲਬ ਉਹਦੀ ਭਗਤੀ ਹੋਣੀ ਸ਼ੁਰੂ ਹੁੰਦੀ ਆ। ਔਰ ਜਿਹੜੀ ਇਹ ਭਗਤੀ ਲਈ ਜਿਹੜੇ ਗੁਣ ਨੇ, ਇਹ ਸਾਰੇ ਪਰਮਾਤਮਾ ਨੇ ਸਾਨੂੰ ਦੇਣੇ ਨੇ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਕਹਿੰਦੇ ਮੇਰਾ ਜਿਹੜਾ ਆਪਦਾ ਕੋਈ ਵੀ ਗੁਣ ਨਹੀਂ, ਸਾਰੇ ਪਰਮਾਤਮਾ ਦੇ ਦਿੱਤੇ ਹੋਏ ਗੁਣ ਮੇਰੇ 'ਚ ਆਉਣੇ ਨੇ। ਫਿਰ ਕੀ ਹੋਣਾ? ਵਿਣ ਗੁਣ ਕੀਤੇ ਭਗਤ ਨਾ ਹੋਏ। ਜਦੋਂ ਉਹ ਗੁਣ ਆ ਗਏ ਅੰਦਰ, ਫਿਰ ਭਗਤੀ ਦੀ ਦਾਤ ਮਿਲ ਜਾਣੀ ਆ। ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ, ਜਦੋਂ ਤੱਕ ਉਹ ਗੁਣ ਨਹੀਂ ਅੰਦਰ ਆਉਂਦੇ ਪਰਮਾਤਮਾ ਦੇ ਦਿੱਤੇ ਹੋਏ, ਉਦੋਂ ਤੱਕ ਭਗਤੀ ਨਹੀਂ ਹੋ ਸਕਦੀ। ਜਦੋਂ ਪਰਮਾਤਮਾ ਨੇ ਗੁਣ ਦੇ ਦਿੱਤੇ, ਫਿਰ ਉਹ ਭਗਤੀ ਦੀ ਦਾਤ ਮਿਲ ਗਈ। ਜਦੋਂ ਇਨਸਾਨ ਨੂੰ ਭਗਤੀ ਦੀ ਦਾਤ ਮਿਲ ਗਈ, ਫਿਰ ਉਹ ਕੀ ਕਹਿੰਦਾ? ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਹਿੰਦੇ ਜਿਸ ਤਰ੍ਹਾਂ ਜਦੋਂ ਬ੍ਰਾਹਮਣ ਜਾਂਦਾ, ਮਤਲਬ ਆਪਣੇ ਜਜ਼ਮਾਨ ਤੋਂ, ਜਦੋਂ ਉਹਨੂੰ ਉੱਥੋਂ ਉਹ ਦਿੰਦੇ ਨੇ, ਉਹਦਾ ਆਦਰ ਮਾਣ ਕਰਦੇ ਨੇ, ਉਹਨੂੰ ਕੁਛ ਵੀ ਦਾਨ ਦਿੰਦੇ ਨੇ, ਫਿਰ ਉਹ ਖੁਸ਼ੀ ਦੇ ਵਿੱਚ ਕਹਿੰਦਾ ਵੀ ਮਤਲਬ ਤੁਹਾਡੀ ਜੈਕਾਰ ਹੋਵੇ, ਹੈ ਨਾ, ਆਪਣੇ ਜਿੱਦਾਂ ਉਹਨਾਂ ਨੂੰ ਅਸੀਸਾਂ ਦਿੰਦਾ। ਫਿਰ ਕਹਿੰਦੇ ਜਦੋਂ ਸਾਨੂੰ ਪਰਮਾਤਮਾ ਗੁਣ ਦਿੰਦੇ ਨੇ, ਉਹਨਾਂ ਗੁਣਾਂ ਨਾਲ ਅਸੀਂ ਭਗਤੀ ਕਰਦੇ ਹਾਂ, ਫਿਰ ਅਸੀਂ ਪਰਮਾਤਮਾ ਲਈ ਪਤਾ ਕੀ ਕਹਿੰਦੇ ਹਾਂ? ਅਸੀਂ ਕਹਿੰਦੇ ਹਾਂ ਸਤ ਸੁਹਾਣ ਸਦਾ ਮਨ ਚਾਓ। ਫਿਰ ਅਸੀਂ ਕਹਿੰਦੇ ਹਾਂ ਪਰਮਾਤਮਾ ਸਤ ਹੈਗਾ, ਪਰਮਾਤਮਾ ਸੁਹਾਣ ਸੁੰਦਰ ਰੂਪ ਹੈਗਾ, ਸਦਾ ਮਨ ਚਾਓ। ਪਰਮਾਤਮਾ ਹਮੇਸ਼ਾ ਅੰਦਰ ਤੋਂ ਖਿੜਿਆ ਰਹਿੰਦਾ, ਪਰਮਾਤਮਾ ਦਾ ਮਨ ਹਮੇਸ਼ਾ ਖੁਸ਼ੀ 'ਚ ਰਹਿੰਦਾ, ਆਨੰਦ 'ਚ ਰਹਿੰਦਾ। ਸਤ ਚਿੱਤ ਆਨੰਦ ਆ ਪਰਮਾਤਮਾ, ਹਮੇਸ਼ਾ ਖੁਸ਼ ਰਹਿਣ ਵਾਲਾ ਪਰਮਾਤਮਾ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ,
ਕਵਣ ਸਰੁਤੀ ਮਹਾ ਕਵਣ ਜਿਤ ਹੋਆ ਆਕਾਰ। ਕਹਿੰਦੇ ਵੀ ਉਹ ਵੇਲਾ ਕੀ ਸੀ, ਵਕਤ ਕੀ ਸੀ, ਉਹ ਕਿਹੜਾ ਦਿਨ ਸੀ, ਕਿਹੜੀ ਥਿਤ ਸੀ, ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ ਜਦੋਂ ਪਰਮਾਤਮਾ ਨੇ ਦੁਨੀਆ ਨੂੰ ਬਣਾਇਆ, ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਕਹਿੰਦੇ ਪੰਡਤਾਂ ਨੇ ਪੁਰਾਣ ਲਿਖੇ ਨੇ, ਕਾਜ਼ੀਆਂ ਨੇ ਕੁਰਾਨ ਲਿਖੇ ਨੇ। ਜੇ ਕਹਿੰਦੇ ਪੰਡਤਾਂ ਨੂੰ ਵੀ ਪਤਾ ਹੁੰਦਾ ਅਤੇ ਕਾਜ਼ੀਆਂ ਨੂੰ ਵੀ ਪਤਾ ਹੁੰਦਾ ਵੀ ਉਹ ਕਿਹੜਾ ਟਾਈਮ ਸੀ, ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ, ਕਿਹੜਾ ਸਮਾਂ ਸੀ ਜਦੋਂ ਇਹ ਸੰਸਾਰ ਹੋਂਦ ਵਿੱਚ ਆਇਆ, ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਕਹਿੰਦੇ ਉਹਨਾਂ ਨੇ ਜ਼ਰੂਰ ਲਿਖ ਦੇਣਾ ਸੀ। ਕਹਿੰਦੇ ਹੋ ਸਕਦਾ ਵੀ ਉਹ ਇੱਕ ਇੱਕ ਪੁਰਾਣ ਅਤੇ ਕੁਰਾਨ ਪੂਰਾ ਇਹਦੇ ਬਾਰੇ ਹੀ ਲਿਖ ਦਿੰਦੇ ਜੇ ਉਹਨਾਂ ਨੂੰ ਪਤਾ ਹੁੰਦਾ, ਪਰ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਸੀ। ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ, ਕਿਸੇ ਜੋਗੀ ਨੂੰ ਪਤਾ ਨਹੀਂ ਲੱਗ ਸਕਿਆ, ਜੋ ਜੋਗੀ ਹੋਰ ਜਾਂ ਰਿਸ਼ੀ ਹੋਰ ਮਤਲਬ ਗੱਲਾਂ ਬਾਰੇ ਭਵਿੱਖਬਾਣੀਆਂ ਕਰਦੇ ਸੀ ਜਾਂ ਲਿਖਦੇ ਸੀ, ਕੁਛ ਵੀ ਜਿੱਦਾਂ ਉਹਨਾਂ ਨੇ ਆਪਣੇ ਰਚਨਾਵਾਂ ਰਚੀਆਂ, ਕਿਸੇ ਨੂੰ ਕੁਛ ਨਹੀਂ ਪਤਾ ਲੱਗ ਸਕਿਆ ਵੀ ਸ੍ਰਿਸ਼ਟੀ ਦੀ ਜਿਹੜੀ ਰਚਨਾ ਸੀ ਉਹ ਕਿਹੜੀ ਰੁੱਤ ਵਿੱਚ ਹੋਈ, ਕਿਹੜੇ ਮਹੀਨੇ ਵਿੱਚ ਹੋਈ, ਕਿਸੇ ਨੂੰ ਨਹੀਂ ਪਤਾ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਕਹਿੰਦੇ ਜਿਹਨੇ ਸ੍ਰਿਸ਼ਟੀ ਰਚੀ ਆ ਸਿਰਫ ਉਹੀ ਜਾਣਦਾ ਵੀ ਕਦੋਂ ਸ੍ਰਿਸ਼ਟੀ ਨੂੰ ਉਹਨੇ ਸਾਜਿਆ। ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ਕਹਿੰਦੇ ਉਸ ਪਰਮਾਤਮਾ ਦਾ ਕਿਸ ਤਰ੍ਹਾਂ ਕਹਿੰਦੇ ਉਹਨੂੰ ਆਪਾਂ ਉਹਦੀ ਸਿਫਤ ਸਲਾਹ ਕਰ ਸਕੀਏ, ਉਹਦੇ ਬਾਰੇ ਅਸੀਂ ਕੀ ਕਹਿ ਸਕੀਏ, ਕੀ ਵਰਣਨ ਕਰ ਸਕੀਏ, ਸਾਨੂੰ ਕਹਿੰਦੇ ਵੀ ਕੁਛ ਵੀ ਨਹੀਂ ਪਤਾ ਵੀ ਪਰਮਾਤਮਾ ਨੇ ਇਹ ਸਾਰਾ ਕੁਛ ਕੁਦਰਤ ਦੀ ਰਚਨਾ ਕਿਵੇਂ ਕੀਤੀ, ਕਦੋਂ ਕੀਤੀ, ਇਹ ਸਾਨੂੰ ਪਰਮਾਤਮਾ ਦੀ ਇਹਨਾਂ ਭੇਦਾਂ ਦਾ ਕੁਛ ਵੀ ਨਹੀਂ ਪਤਾ ਹੈਗਾ। ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਕਹਿੰਦੇ ਵੀ ਪਰ ਸਾਰੇ ਲੋਕ ਆਪਣੇ ਆਪ ਨੂੰ ਸਮਝਦੇ ਨੇ ਕਿ ਵੀ ਮੈਂ ਸਿਆਣਾ, ਮੈਂ ਸਿਆਣਾ, ਫਿਰ ਆਪਣੇ ਆਪ ਰਾਏ ਦਿੰਦੇ ਨੇ ਵੀ ਇਹ ਹੋ ਸਕਦਾ, ਇਹ ਹੋ ਸਕਦਾ, ਹੈ ਨਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਕਹਿੰਦਾ ਜਿਹੜਾ ਪਰਮਾਤਮਾ ਬਹੁਤ ਵੱਡਾ, ਉਹਦੀ ਵਡਿਆਈ ਬਹੁਤ ਵੱਡੀ ਆ, ਸਭ ਕੁਛ ਉਹਦਾ ਹੀ ਕੀਤਾ ਹੁੰਦਾ, ਉਹਦੇ ਬਾਰੇ ਕੋਈ ਦੱਸ ਨਹੀਂ ਸਕਦੇ। ਪਰ ਕਹਿੰਦੇ ਜੇ ਕੋਈ ਦੱਸਦਾ ਨਾ ਫਿਰ ਉਹਦੇ ਵਿੱਚ ਹਉਮੈ ਆ ਗਈ ਕਿ ਉਹ ਕਹਿੰਦਾ ਮੈਨੂੰ ਪਤਾ, ਫਿਰ ਇਸ ਹਉਮੈ ਕਰਕੇ ਅੱਗੇ ਜਦੋਂ ਪਰਮਾਤਮਾ ਦੇ ਦਰਬਾਰ ਵਿੱਚ ਜਾਂਦਾ ਨਾ ਫਿਰ ਉਹਨੂੰ ਸ਼ੋਭਾ ਨਹੀਂ ਮਿਲਦੀ, ਕਿਉਂਕਿ ਹਉਮੈ ਸ਼ੋਭਾ ਨਹੀਂ ਖੱਟਦੀ ਹੈਗੀ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਨ ਇੱਕ ਬਾਤ। ਕਹਿੰਦੇ ਜਿਹੜੇ ਵੇਦ ਨੇ ਉਹ ਮਤਲਬ ਇਹ ਖੋਜ ਕਰ ਕਰਕੇ ਥੱਕ ਗਏ ਨੇ ਕਿ ਕਿੰਨੇ ਹੀ ਪਾਤਾਲ ਨੇ, ਪਾਤਾਲਾਂ ਪਾਤਾਲ, ਲੱਖ ਆਗਾਸਾ ਆਗਾਸ, ਕਿੰਨੀਆਂ ਧਰਤੀਆਂ, ਕਿੰਨੇ ਆਕਾਸ਼, ਲੱਖਾਂ ਹੀ ਆ, ਗਿਣਤੀ ਹੈ ਨਹੀਂ। ਕਹਿੰਦੇ ਥੱਕ ਗਏ ਵੇਦ ਵੀ, ਮਤਲਬ ਉਹਨਾਂ ਨੇ ਬੜਾ ਮਤਲਬ ਖੋਜਣ ਦੀ ਕੋਸ਼ਿਸ਼ ਕੀਤੀ ਪਰ ਉਹ ਖੋਜ ਥੱਕ ਗਏ, ਕੁਛ ਕਹਿ ਨਹੀਂ ਸਕੇ। ਅਨੰਤ ਹੀ ਆ। ਸਹਸ 18 ਕਹਿਨ ਕਤੇਬਾ ਅਸਲ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਕਹਿੰਦੇ ਜਿਹੜੇ 4 ਕਤੇਬ ਨੇ, 18 ਪੁਰਾਣ ਨੇ, ਸਾਰੇ ਕਹਿੰਦੇ ਇਹ ਕਹਿੰਦੇ ਨੇ ਕਿ ਵੀ ਇਹਦਾ ਲੇਖਾ ਹੋ ਨਹੀਂ ਸਕਦਾ, ਵੀ ਇਹ ਗੱਲ ਪੱਕੀ ਆ, ਅਸਲੀਅਤ ਆ ਵੀ ਪਰਮਾਤਮਾ ਦੀ ਜਿਹੜੀ ਰਚਨਾ
ਕਿਵੇਂ ਰਚੀ, ਕਿੰਨੀ ਰਚੀ, ਇਹਦੇ ਬਾਰੇ ਪਰਮਾਤਮਾ ਦੀ ਕੁਦਰਤ ਬਾਰੇ ਲੇਖਾ ਹੋ ਹੀ ਨਹੀਂ ਸਕਦਾ। ਲੇਖਾ ਕਰਨ ਵਾਲੇ ਕਹਿੰਦੇ ਖਤਮ ਹੋ ਗਏ ਨੇ, ਉਹਨਾਂ ਦਾ ਵਿਨਾਸ਼ ਹੋ ਗਿਆ। ਅਤੇ ਲੇਖਾ ਕਰਨ ਦੇ ਲਈ ਜਿੱਦਾਂ ਜਿਹੜੀ ਗਿਣਤੀ ਹੁੰਦੀ ਆ ਉਹ ਖਤਮ ਹੋ ਜਾਂਦੀ ਹੈ, ਪਰ ਪਰਮਾਤਮਾ ਦੀ ਕਿਸੇ ਵੀ ਰਚੀ ਹੋਈ ਚੀਜ਼ ਦਾ, ਪਰਮਾਤਮਾ ਦੇ ਭੇਦ ਦਾ ਕੁਛ ਵੀ ਨਹੀਂ ਜਾਣਿਆ ਜਾ ਸਕਦਾ। ਇਹਦੇ ਬਾਰੇ ਲੇਖੇ ਲਿਖੇ ਹੀ ਨਹੀਂ ਜਾ ਸਕਦੇ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹਨੂੰ ਵੱਡਾ ਆਖੀਏ, ਉਹ ਸਭ ਤੋਂ ਵੱਡਾ ਹੈਗਾ ਔਰ ਉਹੀ ਜਾਣਦਾ ਆਪਣਾ ਕੀਤਾ। ਆਪਣੇ ਸਾਰੇ ਭੇਦ ਉਹੀ ਜਾਣਦਾ, ਹੋਰ ਕੋਈ ਉਹਦੇ ਭੇਦ ਜਾਣ ਨਹੀਂ ਸਕਦਾ। ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ, ਨਦੀਆ ਅਤੇ ਵਾਹਾ ਪਵੈ ਸਮੁੰਦ ਨ ਜਾਣੀਐ। ਕਹਿੰਦੇ ਵੀ ਇਹ ਇਸ ਤਰ੍ਹਾਂ ਦੀ ਗੱਲ ਆ ਕਿ ਜਿੱਦਾਂ ਨਦੀਆਂ ਨਾਲੇ ਹੈ ਨਾ ਕਿੰਨੇ ਵਗਦੇ ਨੇ ਅਤੇ ਜਾ ਕੇ ਫਿਰ ਸਮੁੰਦਰ 'ਚ ਪੈਂਦੇ ਨੇ, ਪਰ ਉਹ ਸਮੁੰਦਰ ਦਾ ਭੇਦ ਨਹੀਂ ਪਾ ਸਕਦੇ। ਉਹ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਪਰ ਸਮੁੰਦਰ ਦਾ ਭੇਦ ਨਹੀਂ ਪਾ ਸਕਦੇ। ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਉਹਦੀ ਕੀਰਤੀ ਗਾਉਂਦੇ ਨੇ, ਕਹਿੰਦੇ ਉਹ ਉਹਦੇ ਵਿੱਚ ਮਿਲ ਜਾਂਦੇ ਨੇ, ਜਿਵੇਂ ਨਦੀਆਂ ਨਾਲੇ ਸਮੁੰਦਰ 'ਚ ਜਾ ਕੇ ਮਿਲ ਜਾਂਦੇ ਨੇ। ਉਹਦੀ ਸਿਫਤ ਸਲਾਹ ਕਰਨ ਵਾਲੇ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ, ਪਰ ਪਰਮਾਤਮਾ ਦਾ ਭੇਦ ਨਹੀਂ ਪਾ ਸਕਦੇ। ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਤਨ, ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਕਹਿੰਦੇ ਵੀ ਜੇ ਕੋਈ ਵੱਡਾ ਪਾਤਸ਼ਾਹ ਕੋਈ ਹੈਗਾ, ਉਹਦੇ ਕੋਲ ਇੰਨੀ ਜ਼ਿਆਦਾ ਮਤਲਬ ਪ੍ਰੋਪਰਟੀ ਹੈਗੀ ਆ, ਜਾਇਦਾਦ ਆ, ਵੀ ਜਿੱਦਾਂ ਬਹੁਤ ਪਹਾੜਾਂ ਵਾਂਗ ਉਹਦੀ ਜਾਇਦਾਦ ਆ, ਅਤੇ ਉਹਦਾ ਜਿਹੜਾ ਧਨ ਆ ਸਮੁੰਦਰ ਵਾਂਗ ਆ, ਪਰ ਕਹਿੰਦੇ ਉਹ ਉਸ ਕੀੜੀ ਦੀ ਬਰਾਬਰੀ ਨਹੀਂ ਕਰ ਸਕਦਾ, ਉਹਦੇ ਬਰਾਬਰ ਦਾ ਨਹੀਂ ਹੈ ਜਿਹਦੇ ਮਨ ਦੇ ਵਿੱਚੋਂ ਕਦੇ ਪਰਮਾਤਮਾ ਨਹੀਂ ਵਿਸਰਿਆ। ਮਤਲਬ ਕੀੜੀ ਕਹਿੰਦੇ ਕਿੰਨੀ ਛੋਟੀ ਜਿਹੀ ਹੁੰਦੀ ਆ, ਫਿਰ ਉਹਦਾ ਮਨ ਕਿੰਨਾ ਕੁ ਛੋਟਾ ਹੁੰਦਾ। ਉਹਦੇ ਮਨ ਦੇ ਵਿੱਚ ਜੋ ਪਰਮਾਤਮਾ ਬੈਠਾ ਵੀ ਉਹ ਇੰਨਾ ਵੱਡਾ ਵੀ ਉਹ ਕੀੜੀ ਦੀ ਬਰਾਬਰੀ ਨਹੀਂ ਕਰ ਸਕਦਾ ਜਿਹਦੇ ਕੋਲ ਇੰਨੀ ਜਾਇਦਾਦ ਅਤੇ ਇੰਨਾ ਧਨ ਦੌਲਤ ਹੈਗੀ ਆ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਕਹਿੰਦੇ ਪਰਮਾਤਮਾ ਦੀ ਸਿਫਤ ਦਾ ਵੀ ਨਹੀਂ ਅੰਤ ਹੈਗਾ, ਅਤੇ ਜਿਹੜੇ ਸਿਫਤ ਕਰਦੇ ਨੇ ਉਹਦਾ ਵੀ ਨਹੀਂ ਅੰਤ ਹੈਗਾ। ਅੰਤ ਨਾ ਕਰਨਾ ਦੇਣ ਨਾ ਅੰਤ। ਕਹਿੰਦੇ ਪਰਮਾਤਮਾ ਦੇ ਜਿਹੜੀ ਕਰਨੀ ਆ ਉਹਦਾ ਵੀ ਕੋਈ ਅੰਤ ਨਹੀਂ ਗਾ, ਜਿਹੜਾ ਉਹ ਸਾਨੂੰ ਦਿੰਦਾ ਉਹਦਾ ਵੀ ਨਹੀਂ ਕੋਈ ਅੰਤ ਉਹਦੇ ਦੇਣ ਦਾ। ਅੰਤ ਨਾ ਵੇਖਣ ਸੁਣਨ ਨਾ ਅੰਤ। ਕਹਿੰਦੇ ਪਰਮਾਤਮਾ ਦੇ ਵੇਖਣ ਦਾ ਵੀ ਅੰਤ ਨਹੀਂ ਗਾ, ਪਰਮਾਤਮਾ ਦੇ ਸੁਣਨ ਦਾ ਵੀ ਅੰਤ ਨਹੀਂ ਗਾ। ਅੰਤ ਨਾ ਜਾਪੇ ਕਿਆ ਮਨ ਮੰਤ। ਕਹਿੰਦੇ ਪਰਮਾਤਮਾ ਦੇ ਮਨ ਦੇ ਵਿੱਚ ਕੀ ਵਿਚਾਰ ਨੇ, ਕੀ ਚੱਲ ਰਿਹਾ, ਉਹਨੇ ਕੀ ਕਰਨਾ, ਇਹਦੇ ਬਾਰੇ ਕਿਸੇ ਨੂੰ ਕੁਛ ਨਹੀਂ ਪਤਾ ਹੈਗਾ, ਪਰਮਾਤਮਾ ਹੀ ਜਾਣਦਾ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਜੋ ਪਰਮਾਤਮਾ ਨੇ ਸ੍ਰਿਸ਼ਟੀ 'ਚ ਆਕਾਰ ਬਣਾਏ ਨੇ, ਸਾਰੀ ਕੁਦਰਤ ਰਚੀ ਆ, ਮਤਲਬ ਇਹਦਾ ਕੋਈ ਹੱਦ ਬੰਨਾ, ਕੋਈ ਅੰਤ ਕਿਸੇ ਨੂੰ ਕੁਛ ਨਹੀਂ ਪਤਾ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਕਹਿੰਦੇ ਪਰਮਾਤਮਾ ਦਾ ਅੰਤ ਲੱਭਣ ਲਈ ਬਹੁਤ ਹੀ ਮਤਲਬ ਕੋਸ਼ਿਸ਼ਾਂ ਕਰਦੇ ਰਹੇ ਅਤੇ ਚਲੇ ਗਏ, ਪਰ ਉਹਦਾ ਅੰਤ ਪਾਇਆ ਨਹੀਂ ਜਾ ਸਕਦਾ। ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਕਹਿੰਦੇ ਜਿਹੜਾ ਇਹ ਪਰਮਾਤਮਾ ਦਾ ਅੰਤ ਆ ਵੀ ਇਹਨੂੰ ਕੋਈ ਨਹੀਂ ਜਾਣ ਸਕਦਾ। ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਜਿੰਨਾ ਅਸੀਂ ਪਰਮਾਤਮਾ ਨੂੰ ਵੱਡਾ ਕਹਿੰਦੇ ਜਾਂਦੇ ਹਾਂ, ਉਹ ਉਹਦੇ ਤੋਂ ਵੀ ਵੱਡਾ ਹੁੰਦਾ ਜਾਂਦਾ, ਵੀ ਉਹ ਅੰਤ ਹੀ ਨਹੀਂ ਹੈਗਾ ਵੱਡੇ ਦਾ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਕਹਿੰਦੇ ਜਿੱਡਾ ਵੱਡਾ ਪਰਮਾਤਮਾ ਵੱਡਾ,
ਓਨਾ ਹੀ ਉਹਦਾ ਉੱਚਾ ਸਥਾਨ ਆ। ਉੱਚੇ ਉੱਪਰ ਉੱਚਾ ਨਾਉ, ਕਹਿੰਦੇ ਜਿੱਡਾ ਪਰਮਾਤਮਾ ਓਡਾ ਹੀ ਉਹਦਾ ਨਾਉ ਆ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਕਹਿੰਦੇ ਜਿਹੜਾ ਕੋਈ ਪਰਮਾਤਮਾ ਵੱਡਾ ਜਿੰਨਾ ਪਰਮਾਤਮਾ ਵੱਡਾ ਓਨਾ ਹੀ ਵੱਡਾ ਹੋਊਗਾ, ਉਹੀ ਪਰਮਾਤਮਾ ਨੂੰ ਜਾਣ ਸਕਦਾ। ਉਹ ਕੋਈ ਹੈ ਨਹੀਂ ਗਾ, ਪਰਮਾਤਮਾ ਦੇ ਬਰਾਬਰ ਦਾ ਕੋਈ ਹੈ ਨਹੀਂ, ਪਰਮਾਤਮਾ ਹੀ ਆ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਕਹਿੰਦੇ ਪਰਮਾਤਮਾ ਹੀ ਆਪਣੇ ਆਪ ਨੂੰ ਜਾਣਦਾ, ਉਹਦੇ ਜਿੱਡਾ ਹੋਰ ਕੋਈ ਨਹੀਂ ਹੈਗਾ। ਕਹਿੰਦੇ ਪਰਮਾਤਮਾ ਆਪਣੀ ਜਿਹਦੇ ਉੱਪਰ ਮਿਹਰ ਦੀ ਨਜ਼ਰ ਕਰਦਾ, ਉਹਨੂੰ ਬਖਸ਼ਿਸ਼ ਕਰਦਾ ਆਪਣੀ ਦਾਤ। ਪਰਮਾਤਮਾ ਤੱਕ ਪਹੁੰਚਣ ਦਾ ਕਹਿੰਦੇ ਕੀ ਹੈਗਾ ਤਰੀਕਾ? ਉਹਦਾ ਨਾਮ। ਕਿਉਂਕਿ ਉੱਚੇ ਉੱਪਰ ਉੱਚਾ ਨਾਮ, ਉਹਦਾ ਜਿਹੜਾ ਨਾਮ ਆ ਉਹ ਉਹਦੇ ਜਿੱਡਾ। ਫਿਰ ਉਹਦਾ ਨਾਮ ਸਿਮਰਨਾ ਸ਼ੁਰੂ ਕਰੀਏ। ਜਦੋਂ ਅਸੀਂ ਉਹਦਾ ਨਾਮ ਸਿਮਰਨਾ ਸ਼ੁਰੂ ਕਰਦੇ ਹਾਂ, ਫਿਰ ਕਹਿੰਦੇ ਨਾਨਕ ਨਦਰੀ ਕਰਮੀ ਦਾਤ, ਫਿਰ ਉਹ ਆਪਣੀ ਬਖਸ਼ਿਸ਼ ਦੀ ਦਾਤ ਦਿੰਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਹਿੰਦੇ ਜਿਹੜੀ ਪਰਮਾਤਮਾ ਦੀ ਬਖਸ਼ਿਸ਼ ਆ ਉਹ ਵੀ ਲਿਖੀ ਨਹੀਂ ਜਾ ਸਕਦੀ, ਬਹੁਤ ਵੱਡੀ ਬਖਸ਼ਿਸ਼ ਆ ਜਿਹੜੀਆਂ ਸਾਨੂੰ ਦਾਤਾਂ ਦਿੰਦਾ। ਪਰ ਕਹਿੰਦੇ ਉਹਨੂੰ ਬਿਲਕੁਲ ਕੋਈ ਰੱਤਾ ਜਿੰਨੀ ਵੀ ਉਹਨੂੰ ਕੋਈ ਲਾਲਚ ਨਹੀਂ ਹੈਗਾ ਕਿ ਉਹ ਦਾਤਾਂ ਦੇ ਕੇ ਸਾਡੇ ਤੋਂ ਕੁਛ ਉਹਦੇ ਬਦਲੇ 'ਚ ਭਾਲਦਾ, ਸਿਰਫ ਦੇ ਹੀ ਜਾ ਰਿਹਾ। ਕੇਤੇ ਮੰਗੈ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਟੂਟੇ ਵੇਕਾਰ। ਕਹਿੰਦੇ ਕਿੰਨੇ ਹੀ ਯੋਧੇ ਨੇ, ਕਿੰਨੇ ਹੀ ਸੂਰਮੇ ਨੇ ਜੋ ਪਰਮਾਤਮਾ ਤੋਂ ਦਾਤਾਂ ਮੰਗਦੇ ਨੇ, ਇਹਨਾਂ ਦੀ ਕੋਈ ਗਿਣਤੀ ਤੇ ਵਿਚਾਰ ਨਹੀਂ ਕੀਤੀ ਜਾ ਸਕਦੀ, ਅਣਗਿਣਤ। ਕਹਿੰਦੇ ਕਿੰਨੇ ਹੀ ਇੱਦਾਂ ਨੇ, ਕੇਤੇ ਖਪ ਟੂਟੇ ਵੇਕਾਰ। ਕਹਿੰਦੇ ਮਤਲਬ ਉਹ ਪਰਮਾਤਮਾ ਤੋਂ ਦਾਤਾਂ ਲੈ ਕੇ ਨਾ ਵਿਕਾਰਾਂ ਦੇ ਵਿੱਚ ਲੱਗੇ ਹੋਏ ਨੇ। ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਕਹਿੰਦੇ ਇੰਨੇ ਜਾਣੇ ਮਤਲਬ ਦੁਨੀਆ, ਇੰਨੇ ਜੀਵ ਇੱਦਾਂ ਦੇ ਨੇ ਜਿਹੜੇ ਉਹਦੀਆਂ ਦਾਤਾਂ ਲੈ ਕੇ ਖਾਂਦੇ ਵੀ ਨੇ ਤੇ ਫਿਰ ਮੁੱਕਰ ਜਾਂਦੇ ਨੇ, ਯਾਦ ਨਹੀਂ ਰੱਖਦੇ ਪਰਮਾਤਮਾ ਨੂੰ। ਕੇਤਿਆ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਹਾਂਜੀ, ਕਹਿੰਦੇ ਕਾਫੀ ਅਨੇਕਾਂ ਕਿੰਨਿਆਂ ਨੂੰ ਹੀ ਦੁੱਖ ਤੇ ਭੁੱਖ ਦੀ ਮਾਰ ਆ ਪਰਮਾਤਮਾ ਵੱਲੋਂ। ਫਿਰ ਕਹਿੰਦੇ ਇਹ ਵੀ ਪਰਮਾਤਮਾ ਦੀ ਉਹ ਦਾਤ ਆ। ਪਰ ਕਹਿੰਦੇ ਇਹ ਸੋਚ ਕੇ ਕਿ ਵੀ ਇਹ ਦਾਤ ਮਿਲੀ ਆ, ਇਹ ਨਹੀਂ ਕਹਿਣਾ ਕਿ ਪਰਮਾਤਮਾ ਨੇ ਕਿਉਂ ਦਿੱਤੀ ਆ, ਇਹ ਉਹਨਾਂ ਦੇ ਭਲੇ ਲਈ ਦਿੱਤੀ ਹੈ। ਜਿੱਦਾਂ ਆਪਾਂ ਕਹਿੰਦੇ ਨੇ ਕਿ ਪਰਮਾਤਮਾ ਦੁੱਖ ਦਿੰਦਾ ਆਪਣੇ ਨੇੜੇ ਲਿਆਉਣ ਲਈ, ਫਿਰ ਉਹਨਾਂ ਨੂੰ ਜਿਹੜੀਆਂ ਇਹ ਦਾਤਾਂ ਮਿਲੀਆਂ ਨੇ ਉਹਨਾਂ ਦਾ ਅੱਗਾ ਸਵਾਰਨ ਲਈ ਕਿ ਉਹ ਪਰਮਾਤਮਾ ਦੇ ਨੇੜੇ ਆ ਜਾਣ, ਉਹ ਪਰਮਾਤਮਾ ਦਾ ਨਾਮ ਸਿਮਰਨ, ਪਰਮਾਤਮਾ ਨਾਲ ਆਪਣੀ ਸਮਾਈ ਕਰਨ ਨਾਂ ਲੈ ਕੇ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਕਹਿੰਦੇ ਜਿਹੜੀ ਵਿਕਾਰਾਂ ਤੋਂ ਜਿਹੜੀ ਖਲਾਸੀ ਆ, ਮੋਹ ਮਾਇਆ ਤੋਂ ਖਲਾਸੀ ਆ, ਉਹ ਪਰਮਾਤਮਾ ਦੀ ਰਜ਼ਾ ਵਿੱਚ ਹੀ ਹੁੰਦੀ ਆ। ਇਹਦੇ ਬਾਰੇ ਹੋਰ ਕੁਛ ਵੀ ਨਹੀਂ ਕੀਤਾ ਜਾ ਸਕਦਾ, ਹੋਰ ਕੋਈ ਤਰੀਕੇ ਨਾਲ ਇਹ ਬੰਦ ਖਲਾਸੀ, ਇਹ ਮੁਕਤੀ ਹੁੰਦੀ ਨਹੀਂ ਗੀ, ਸਿਰਫ ਪਰਮਾਤਮਾ ਦੀ ਰਜ਼ਾ ਵਿੱਚ ਹੀ ਹੁੰਦੀ ਆ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆਂ ਮੋਹਿ ਖਾਏ। ਕਹਿੰਦੇ ਜੇ ਕੋਈ ਕਹੇ ਨਾ ਕਿ ਵੀ ਇਹ ਤੋਂ ਬਿਨਾਂ ਹੋਰ ਵੀ ਕੋਈ ਤਰੀਕਾ ਹੈਗਾ ਮੁਕਤੀ ਦਾ, ਵਿਕਾਰਾਂ ਤੋਂ ਮੁਕਤੀ ਦਾ, ਤਾਂ ਮਤਲਬ ਕਹਿੰਦੇ ਉਹਨੂੰ ਬਹੁਤ ਮੂੰਹ 'ਤੇ ਚੋਟਾਂ ਖਾਣੀਆਂ ਪੈਂਦੀਆਂ ਨੇ, ਕਿਉਂਕਿ ਇਹ ਤੋਂ ਬਿਨਾਂ ਰਸਤਾ ਹੈ ਹੀ ਨਹੀਂ। ਰਸਤਾ ਇੱਕ ਨਾਮ ਆ ਪਰਮਾਤਮਾ ਦਾ। ਆਪੇ ਜਾਣੈ ਆਪੇ ਦੇ, ਆਖੈ ਸੇਵੀ ਕੇਈ ਕੇ। ਕਹਿੰਦੇ ਕੁਛ ਜੀਵ ਇੱਦਾਂ ਦੇ ਵੀ ਨੇ ਜੋ ਪਰਮਾਤਮਾ ਦੀ ਦਿੱਤੀ ਨੂੰ ਭੁੱਲਦੇ ਨਹੀਂ ਗੇ, ਉਹ ਪਰਮਾਤਮਾ ਦਾ ਸ਼ੁਕਰ ਕਰਦੇ ਨੇ ਤੇ ਕਹਿੰਦੇ ਨੇ ਕਿ ਪਰਮਾਤਮਾ ਆਪੇ ਹੀ ਜਾਣਦਾ ਤੇ ਸਾਨੂੰ ਸਾਡੀ ਲੋੜ ਦੇ ਅਨੁਸਾਰ ਦਾਤਾਂ ਦੇ ਹੀ ਜਾ ਰਿਹਾ ਹੈ।
ਜਿਸਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਕਹਿੰਦੇ ਜਿਹਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦੀ ਦਾਤ ਦੇ ਦਿੰਦਾ, ਉਹ ਕਹਿੰਦੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ। ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਪਾਤਸ਼ਾਹੀਆਂ ਨੇ ਨਾ, ਫਿਰ ਉਹ ਮਤਲਬ ਉਹਨਾਂ ਵਰਗੀਆਂ ਪਾਤਸ਼ਾਹੀਆਂ ਉਹਨੂੰ ਮਿਲਦੀਆਂ ਨੇ ਜਿਹਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦਿੰਦਾ, ਕਿਉਂਕਿ ਇਸ ਤੋਂ ਵੱਡੀ ਦਾਤ ਤੇ ਕੋਈ ਹੈ ਨਹੀਂ। ਜਿਹਨੂੰ ਪਰਮਾਤਮਾ ਦੀ ਸਿਫਤ ਸਲਾਹ ਮਿਲ ਗਈ, ਉਹ ਤੇ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਗਿਆ ਨਾ, ਦੁਨੀਆ ਦਾ ਬਾਦਸ਼ਾਹ ਹੋ ਗਿਆ। ਜਦੋਂ ਉਹਨੇ ਪਰਮਾਤਮਾ ਦੀ ਸਿਫਤ ਸਲਾਹ ਕਰ ਲਈ, ਫਿਰ ਪਰਮਾਤਮਾ 'ਚ ਉਹਦੀ ਸਮਾਈ ਹੋ ਗਈ, ਤਾਂ ਇਸ ਤੋਂ ਪਿੱਛੇ ਤਾਂ ਕੁਛ ਰਹਿ ਹੀ ਨਹੀਂ ਗਿਆ। ਬਹੁਤ ਵੱਡੀ ਦਾਤ ਆ ਪਰਮਾਤਮਾ ਦੀ। ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਦੇਣ। ਸੰਗਤ ਜੀ, ਬਾਣੀ ਦੀ ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਦੀ ਮਾफ़ੀ ਦਿਓ ਜੀ। ਸੱਚੇ ਪਾਤਸ਼ਾਹ ਜੀ ਆਪ ਦੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਹੋਈਆਂ ਗੁਰੂ ਜੀ ਮਾफ़ ਕਰਨੀ। ਸੱਚੇ ਪਿਤਾ ਜੀ ਅੱਗੇ ਤੋਂ ਸ਼ੁੱਧ ਸਪਸ਼ਟ ਮਨ ਚਿੱਤ ਲਾ ਕੇ ਬਾਣੀ ਪੜ੍ਹਨ ਦੀ ਦਾਤ ਦੇਣੀ, ਆਪਦੇ ਨਾਮ ਦੀ ਦਾਤ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।